सन 1748 ਦੀ ਵਿਸਾਖੀ ਰਾਮ ਰੌਣੀ ਦੀ ਬੁਨਿਆਦ ਤੇ ਉਸ ਦੀ ਉਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਲਈ ਵਿਸਾਖੀ ਦਾ ਦਿਨ ਬੜਾ ਵਡਭਾਗਾ ਤੇ ਗੌਰਵਮਈ ਦਿਹਾੜਾ ਹੈ। 49 ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਦਿਨ ਤੇ ਦਸ਼ਮੇਸ਼ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ 5 ਪਿਆਰੇ ਸਾਜੇ। ਕਿਹੜਾ ਸਿੱਖ ਆਪਣੇ ਇਸ ਇਤਿਹਾਸਕ ਦਿਹਾੜੇ ਨੂੰ ਵਡਭਾਗਾ ਤੇ ਖੁਸ਼ੀਆਂ ਭਰਪੂਰ ਨਹੀਂ ਸਮਝਦਾ। ਸ੍ਰੀ ਅੰਮ੍ਰਿਤਸਰ ਹੁਣ ਆਜ਼ਾਦ ਸੀ ਤੇ ਸਿੰਘਾਂ ਵਾਸਤੇ ਇਹ ਦਿਨ ਇਸ ਵਾਰ ਵਿਸ਼ੇਸ਼ ਖੁਸ਼ੀਆਂ ਲੈ ਕੇ ਆਇਆ ਸੀ। ਇਸ ਵਾਰ ਵਿਸਾਖੀ 29 ਮਾਰਚ ਨੂੰ ਸੀ। ਅਜੇ ਵਿਸਾਖੀ ਵਿੱਚ ਥੋੜੇ ਦਿਨ ਰਹਿੰਦੇ ਸਨ। ਨਵਾਬ ਕਪੂਰ ਸਿੰਘ ਪਾਸੋਂ ਆਦੇਸ਼ ਪਾ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਸੰਗਤਾਂ ਤੇ ਪੰਥ ਦੇ ਦੂਰ ਦੁਰਾਡੇ ਤੱਕ ਖਿੰਡੇ ਹੋਏ ਜਥਿਆਂ ਨੂੰ ਸੂਚਨਾ ਦੇਣ ਲਈ ਤੇਜ਼ ਰਫ਼ਤਾਰ ਘੋੜ ਅਸਵਾਰ ਸਿੰਘ ਰਵਾਨਾ ਕਰ ਦਿੱਤੇ ਕਿ ਇਸ ਵਾਰ ਵਿਸਾਖੀ ਦਾ ਜੋੜ ਮੇਲਾ ਉਚੇਚੀ ਸ਼ਾਨੋ ਸ਼ੌਕਤ ਵਾਲਾ ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗਾ। ਸਭ ਸੰਗਤਾਂ ਤੇ ਪੰਥ ਦੇ ਰਾਠ ਸਿੰਘ ਹੁਮ ਹੁਮਾ ਕੇ ਇੱਥੇ ਇਕੱਤਰ ਹੋਣ। ਸਾਰੇ ਸਿੱਖ ਸਰਦਾਰ ਆਪੋ ਆਪਣੇ ਘੋੜ ਸਵਾਰ ਤੇ ਵਹੀਰਾਂ ਸਮੇਤ ਸ੍ਰੀ ਅੰਮ੍ਰਿਤਸਰ ਆ ਇਕੱਠੇ ਹੋਏ। ਇੱਥੋਂ ਤੱਕ ਕਿ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਜੋ ਦੁਰਾਨੀਆਂ ਦੀ ਗਿੱਦੜ ਧਾਂਸ ਕਰਾਉਂਦਾ ਹੋਇਆ ਦਰਿਆ ਸਿੰਧ ਦੇ ਉਰਲੇ ਕੰਢੇ ਤੱਕ ਚਲਾ ਗਿਆ ਸੀ, ਆਪਣਾ ਜਥਾ ਲੈ ਕੇ ਮੰਜ਼ਲਾਂ ਮਾਰਦਾ ਹੋਇਆ ਸ੍ਰੀ ਅੰਮ੍ਰਿਤਸਰ ਵਿਖੇ ਜੁੜੇ ਭਰਾਵਾਂ ਵਿੱਚ ਆ ਰਲਿਆ। ਇੱਕ ਲੰਮੇ ਸਮੇਂ ਤੱਕ ਮੁਗਲ ਸਰਕਾਰ ਦੀ ਸਖਤੀ ਕਾਰਨ ਸ੍ਰੀ ਅੰਮ੍ਰਿਤਸਰ ਵਿਖੇ ਕਦੇ ਵੀ ਕੋਈ ਜੋੜ ਮੇਲਾ ਨਹੀਂ ਸੀ ਹੋਇਆ। ਇੱਕ ਲੰਮੀ ਮੁੱਦਤ ਪਿੱਛੋਂ ਇਹ ਆਪਣੀ ਅਨੋਖੀ ਚੜ੍ਹਤ ਵਾਲਾ ਪਹਿਲਾ ਵਿਸਾਖੀ ਦਾ ਮੇਲਾ ਸੀ। ਵਰਿਆਂ ਪਿੱਛੋਂ ਸਿੰਘਾਂ ਖੁੱਲੇ ਦਰਸ਼ਨ ਇਸ਼ਨਾਨ ਕੀਤੇ। ਆਪਣੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵੱਧ ਸਿੱਖ ਲਈ ਕੋਈ ਨਿਆਮਤ ਨਹੀਂ। ਭਰਾਵਾਂ ਨੂੰ ਰੱਜ ਰੱਜ ਕੇ ਮਿਲੇ। ਪੰਥ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ। ਮੁਗਲ ਹਕੂਮਤ ਦੇ ਸ਼ਾਸਤਰੀ ਟਾਕਰੇ ਤੇ ਇਸ ਦੇ ਅਸਲੋਂ ਖਾਤਮੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਦੇ ਪ੍ਰਣ ਕੀਤੇ ਗਏ। ਇਹਨਾਂ ਚੱਲਦੀਆਂ ਵਿਚਾਰਾਂ ਵਿੱਚ ਨਵਾਬ ਕਪੂਰ ਸਿੰਘ ਨੇ ਹੋਰ ਸਿੰਘਾਂ ਨਾਲ ਰਲ ਕੇ ਰਾਏ ਦਿੱਤੀ ਕਿ ਖਾਲਸਾ ਜੰਗਲਾਂ ਬੇਲਿਆਂ ਤੇ ਖੱਡਾਂ ਪਹਾੜਾਂ ਵਿੱਚ ਲੋਕ ਛਿਪ ਕੇ ਕਿੰਨੇ ਕੁ ਦਿਨ ਗੁਜ਼ਾਰਾ ਕਰੇਗਾ ਤੇ ਇੰਜ ਸਰਕਾਰ ਦਾ ਕੋਈ ਬਹੁਤਾ ਨੁਕਸਾਨ ਵੀ ਨਹੀਂ ਕਰ ਸਕੇਗਾ। ਕੋਈ ਪੱਕਾ ਪੈਂਤੜਾ ਲੈਣ ਲਈ ਖਾਲਸੇ ਪਾਸ ਵੀ ਕੋਈ ਕੋਟ ਗੜੀ ਜਾਂ ਕਿਲਾ ਹੋਣਾ ਚਾਹੀਦਾ ਹੈ। ਕਿਸੇ ਓਟ ਆਸਰੇ ਨਾਲ ਲੜਨਾ ਸੌਖਾ ਹੁੰਦਾ ਹੈ। ਸ਼ੇਰ ਵੀ ਝੱਲ ਦਾ ਆਸਰਾ ਲੈਂਦਾ ਹੈ। ਸਾਨੂੰ ਵੀ ਸਮੇਂ ਮੁਜਬ ਕੋਈ ਢੁਕਵਾਂ ਆਸਰਾ ਬਣਾ ਲੈਣਾ ਚਾਹੀਦਾ ਹੈ। ਇਸ ਵਿਚਾਰ ਨੂੰ ਤੁਰੰਤ ਪ੍ਰਵਾਨ ਕਰ ਲਿਆ ਗਿਆ। ਹੁਣ ਸਾਰੇ ਸੋਚਣ ਲੱਗੇ ਕਿ ਇਹ ਗੜੀ ਜਾਂ ਕੋਟ ਬਣੇ ਕਿੱਥੇ। ਹਰ ਇੱਕ ਨੇ ਆਪਣੀ ਆਪਣੀ ਦਲੀਲ ਦਿੱਤੀ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਨੇ ਅਤੇ ਕੁਝ ਹੋਰ ਸਿੱਦਕੀ ਸਿੰਘਾਂ ਨੇ ਕਿਹਾ ਕਿ ਸਾਨੂੰ ਤਾਂ ਕੇਵਲ ਗੁਰੂ ਘਰ ਦਾ ਹੀ ਆਸਰਾ ਹੈ, ਸੋ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਨੂੰ ਛੱਡ ਕੇ ਹੋਰ ਕਿੱਥੇ ਜਾਣਾ ਹੈ। ਖਾਲਸਾ ਸਮਰੱਥ ਹੈ, ਇਹ ਮਤਾ ਵਿਚਾਰ ਕੇ ਪ੍ਰਵਾਨ ਕਰੇ ਤੇ ਇਹ ਕਿਲਾ ਇਸੇ ਪਾਵਨ ਧਰਤੀ ਉੱਤੇ ਬਣਾਇਆ ਜਾਵੇ। ਜੇ ਜੀਵੀਏ ਤਾਂ ਗੁਰੂ ਕੇ ਚਰਨਾਂ ਵਿੱਚ, ਜੇ ਮਰੀਏ ਤਾਂ ਹਰ ਕੇ ਦੁਆਰ। ਸਾਰਿਆਂ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾ ਕੇ ਇਸ ਗੁਰਮਤਿ ਦੀ ਪ੍ਰਵਾਨਗੀ ਦਿੱਤੀ। ਰਾਮ ਰੌਣੀ ਦੀ ਬੁਨਿਆਦ ਤੇ ਉਸ ਦੀ ਉਸਾਰੀ ਅਪ੍ਰੈਲ 1748। ਇਹ ਗੁਰਮਤਾ ਸੋਧੇ ਜਾਣ ਪਿੱਛੋਂ ਉਸਾਰੀ ਦਾ ਕੰਮ ਝਟਪਟ ਆਰੰਭ ਕਰ ਦਿੱਤਾ ਗਿਆ। ਜਿਸ ਜਗ੍ਹਾ ਤੇ ਗੁਰੂ ਸਾਹਿਬ ਨੇ ਖੂਹੀ ਲਗਵਾਈ ਸੀ ਉਸ ਦੇ ਲਾਗੇ ਨੀਂਹ ਧਰੀ ਗਈ ਤੇ ਇਸ ਖੂਹੀ ਨੂੰ ਅੰਦਰ ਲੈ ਲਿਆ ਗਿਆ। ਇਸ ਕੰਮ ਲਈ ਰਾਜ ਕਾਰੀਗਰ ਬਾਹਰੋਂ ਮੰਗਵਾਉਣ ਦੀ ਲੋੜ ਨਹੀਂ ਸੀ। ਸਿੰਘ ਹੀ ਰਾਜ ਮਿਸਤਰੀ ਤੇ ਮਜ਼ਦੂਰ ਸਨ। ਪ੍ਰੇਮ ਸੇਵਾ ਦੇ ਚਾਉ ਨਾਲ ਸਿੰਘ ਇੱਕ ਦੂਜੇ ਨਾਲੋਂ ਵੱਧ ਕੇ ਸੇਵਾ ਕਰਨ ਲੱਗੇ। ਕੋਈ ਵੱਡਾ ਛੋਟਾ ਨਹੀਂ ਸੀ, ਨਾ ਹੀ ਕਿਸੇ ਦੇ ਸਿਰ ਵਿੱਚ ਚੌਧਰ, ਵਡਿਆਈ, ਆਗੂ ਪੁਣੇ ਜਾਂ ਸਰਦਾਰੀ ਦੀ ਬੋ ਸੀ। ਹਰ ਇੱਕ ਬਰਾਬਰ ਸੀ। ਪ੍ਰੇਮ ਸੇਵਾ ਚਾਅ ਤੇ ਜੋਸ਼ ਦਾ ਇਹ ਹਾਲ ਸੀ ਕਿ ਹਰ ਕੋਈ ਦੂਸਰੇ ਨਾਲੋਂ ਅੱਗੇ ਵਧਣਾ ਚਾਹੁੰਦਾ ਸੀ। ਆਪੇ ਹੀ ਪੁੱਟਦੇ, ਪੀਂਦੇ, ਪਕਾਉਂਦੇ, ਚਣਾਈ ਤੇ ਮਜ਼ਦੂਰੀ ਦਾ ਕੰਮ ਕਰਦੇ ਸਨ। ਇੱਕੋ ਵੇਰੀ ਹੀ ਚਾਰੇ ਲਾਂਘਾ ਲੈ ਤੁਰੇ
ਅਤੇ ਥੋੜੇ ਦਿਨਾਂ ਵਿੱਚ ਹੀ ਰੌਣੀ ਦੀ ਰਚਨਾ ਕਰ ਦਿੱਤੀ ਗਈ। ਇਸ ਦੇ ਬੁਰਜ ਵੀ ਬਣਾਏ ਗਏ, ਜਿਨ੍ਹਾਂ ਉੱਤੇ ਟਾਂਗੂ ਬੈਠ ਕੇ ਦੁਸ਼ਮਣ ਦੀ ਤੱਕ ਰੱਖਦੇ ਸਨ। ਖਤਰੇ ਵੇਲੇ ਨਗਾਰੇ ਵਜਾ ਕੇ ਲਾਗਲੇ ਜੰਗਲਾਂ ਬੀੜਾਂ ਵਿੱਚ ਛੁਪੇ ਹੋਏ ਸਿੰਘਾਂ ਨੂੰ ਖਬਰਦਾਰ ਕਰ ਦਿੰਦੇ ਸਨ। ਰੌਣੀ ਕੋਈ ਕਿਲੇ ਜਾਂ ਕੋਟਗੜ੍ਹ ਵਰਗੀ ਮਜ਼ਬੂਤ ਚੀਜ਼ ਨਹੀਂ ਹੁੰਦੀ। ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ, ਇਹ ਇੱਕ ਮਜ਼ਬੂਤ ਦੀਵਾਰ ਹੁੰਦੀ ਹੈ, ਜਿਸ ਦੀ ਓਟ ਲੈ ਕੇ ਵੈਰੀ ਨਾਲ ਲੜਦਿਆਂ ਹੋਇਆਂ ਉਸ ਦੇ ਤੋਪਖਾਨੇ ਜਾਂ ਘੋੜਸਵਾਰ ਨੇਜ਼ੇ ਬਰਦਾਰਾਂ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ। ਸਮਝ ਲਿਆ ਜਾਵੇ ਕਿ ਇਹ ਇੱਕ ਚਾਰ ਚੁਫੇਰੇ ਕੱਢੀ ਹੋਈ ਮਜ਼ਬੂਤ ਕੰਧ ਦੀ ਵਲਗਣ ਸੀ, ਜਿਸ ਵਿੱਚ ਦਰਵਾਜ਼ੇ ਤੇ ਟਾਂਗੂਆਂ ਲਈ ਉੱਚੇ ਬੁਰਜ ਬਣਾਏ ਗਏ। ਸਾਰੇ ਵਲਗਣ ਭਾਵ ਰੌਣੀ ਦੇ ਦੁਆਲੇ ਇੱਕ ਡੂੰਗੀ ਖਾਈ ਪੁੱਟ ਲਈ। ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਉੱਤੇ ਇਸ ਦਾ ਨਾਮ ਰਾਮ ਰੌਣੀ ਭਾਵ ਸਤਿਗੁਰੂ ਦੀ ਓਟ ਵਾਲੀ ਕੰਧ ਰੱਖਿਆ। ਰਾਮ ਰੌਣੀ ਕੋਈ ਬਹੁਤ ਵੱਡੇ ਰਕਬੇ ਉੱਤੇ ਨਹੀਂ ਸੀ ਬਣਾਈ ਗਈ। ਇਹ ਸਿਰਫ 500 ਘੋੜ ਸਵਾਰਾਂ ਵਾਸਤੇ ਸਿਰ ਲਕਾਉਣੀ ਸੀ। ਇੰਨਿਆਂ ਕੋ ਲਈ ਦਾਰੂ ਸਿੱਕਾ ਤੇ ਰਸਤ ਪੱਠਾ ਕੁਝ ਕੁ ਮਹੀਨਿਆਂ ਲਈ ਇਸ ਵਿੱਚ ਜ਼ਖੀਰਾ ਹੋ ਸਕਦਾ ਸੀ। ਇਸ ਅੰਦਰ ਸਿਰ ਲੱਥ ਸੂਰਮੇ ਡੇਰੇ ਲਾ ਕੇ ਬੈਠ ਗਏ ਤੇ ਬਾਕੀ ਦੇ ਸਿੰਘ ਲਾਗੇ ਦੀਆਂ ਬੀੜਾਂ ਅਤੇ ਪਿੰਡਾਂ ਵਿੱਚ ਜਾ ਰਹੇ, ਜਿੱਥੋਂ ਲੋੜ ਵੇਲੇ ਦੁਸ਼ਮਣ ਦੇ ਹੱਲੇ ਸਮੇਂ ਬੁਰਜਾਂ ਤੋਂ ਟਾਂਗੂਆਂ ਦੇ ਨਗਾਰਿਆਂ ਦੀ ਆਵਾਜ਼ ਸੁਣਦੇ ਸਾਰ ਪੁੱਜ ਸਕਣ। ਮੁਗਲ ਸਰਕਾਰ ਨਾਲ ਮਿੱਥਵੀਂ ਟੱਕਰ ਲੈਣ ਲਈ ਇਹ ਵੀ ਇੱਕ ਜ਼ਰੂਰੀ ਉਪਰਾਲਾ ਸੀ। ਉਹਨਾਂ ਲਈ ਇਹ ਸਮੇਂ ਦੀ ਲੋੜ ਸੀ। ਪਹਿਲਾ ਘੱਲੂਘਾਰਾ, ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।